गुड मॉर्निंग जी। गुड मॉर्निंग जी। गुड मॉर्निंग। गुड मॉर्निंग सर। सत श्री अकाल जी। सत श्री अकाल। हाँ जी, गुड मॉर्निंग जी साਰਿਆਂ ਨੂੰ। ਜਿਹੜਾ ਅੱਜ ਦਾ ਆਪਣਾ ਲੈਕਚਰ ਹੋਏਗਾ ਇਹ ਸ਼ਾਰਟ ਹੋਏਗਾ ਕਿਉਂਕਿ ਮੈਨੂੰ 8 ਵਜੇ ਜਾਣਾ ਪੈ ਗਿਆ। ਆਪਣੀ ਅੱਜ ਦੀ ਜਿਹੜੀ ਕਲਾਸ ਹੈਗੀ ਹੈ ਰਿਵੀਜ਼ਨ ਕਲਾਸ ਹੋਏਗੀ ਓਨਲੀ। ਵੀ ਵਿਲ ਨਾਟ ਪ੍ਰੋਸੀਡ ਫਰਦਰ ਟੁਡੇ। ਮੈਨੂੰ ਐਮਰਜੈਂਸੀ ਕਿਤੇ ਕੰਮ ਹੋ ਗਿਆ, ਮੈਨੂੰ 8 ਵਜੇ ਨਿਕਲਣਾ ਪੈ ਗਿਆ। ਤੇ ਅੱਜ ਆਪਾਂ ਜਿਹੜਾ ਕੱਲ ਪੜ੍ਹਿਆ ਸੀਗਾ ਸਰਵੇ ਐਂਡ ਬਾਉਂਡਰੀਜ਼ ਚੈਪਟਰ 8। ਇਹ ਵੈਰੀ ਇੰਪੋਰਟੈਂਟ ਲੈਸਨ ਹੈ, ਬਹੁਤ ਹੀ ਵਧੀਆ ਚੈਪਟਰ ਹੈਗਾ, ਆਪਣੇ ਸਭ ਦੇ ਰੂਟੀਨ ਦੇ ਵਿੱਚ ਕੰਮ ਆਉਣ ਵਾਲਾ ਹੈ। ਤੇ ਇਸ ਨੂੰ ਅਸੀਂ ਅੱਜ ਦੁਬਾਰਾ ਰਿਪੀਟ ਕਰਾਂਗੇ, ਰਿਵਿਊ ਕਰਾਂਗੇ, ਇਸ ਨੂੰ ਇਹਦੀ ਰਿਵੀਜ਼ਨ ਕਰਾਂਗੇ। ਕੱਲ ਅਸੀਂ ਪੜ੍ਹੇ ਸੀ ਸੈਕਸ਼ਨ ਚੈਪਟਰ 8 ਅਸੀਂ ਪੜ੍ਹ ਰਹੇ ਹਾਂ ਜੀ। ਕਈ ਕਲਾਸ 'ਚ ਨਵੇਂ ਜੁਆਇਨ ਕੀਤੇ ਹੋਣਗੇ ਅੱਜ। ਪੰਜਾਬ ਲੈਂਡ ਰੈਵਨਿਊ ਐਕਟ 1887 ਚੈਪਟਰ 8 ਸਰਵੇਜ਼ ਐਂਡ ਬਾਉਂਡਰੀਜ਼। ਸਰਵੇਜ਼ ਐਂਡ ਬਾਉਂਡਰੀਜ਼ ਇਹ ਸੈਕਸ਼ਨ 100 ਹੈ ਜੀ। 100 ਸੈਕਸ਼ਨ ਤੋਂ ਸ਼ੁਰੂ ਹੋ ਕੇ ਇਹ ਸੈਕਸ਼ਨ 109 ਤੱਕ ਚੱਲਦਾ ਹੈ ਜਿਹੜਾ ਚੈਪਟਰ ਹੈਗਾ। ਅਸੀਂ ਇਹ ਸਾਰੇ ਚੈਪਟਰ ਨੂੰ ਅੱਜ ਅੱਧੇ ਘੰਟੇ 'ਚ ਰਿਵਾਈਜ਼ ਕਰਨਾ ਚਾਹਾਂਗੇ। ਸੈਕਸ਼ਨ 100 ਕੀ ਕਹਿੰਦਾ ਜੀ? ਪਾਵਰ ਆਫ ਫਾਈਨੈਂਸ਼ੀਅਲ ਕਮਿਸ਼ਨਰ ਟੂ ਮੇਕ ਰੂਲਸ ਫਾਰ ਦਾ ਡਿਮਾਰਕੇਸ਼ਨ ਆਫ ਬਾਉਂਡਰੀਜ਼ ਐਂਡ ਇਰੈਕਸ਼ਨ ਆਫ ਸਰਵੇ ਮਾਰਕਸ। ਐਫਸੀਆਰ ਕੋਲੇ ਪਾਵਰਸ ਹੈਗੀ ਹੈ ਜੀ ਰੂਲ ਬਣਾਉਣ ਦੀ। ਜਿਵੇਂ ਕਿ ਪਹਿਲਾਂ ਦੱਸ ਚੁੱਕਿਆ ਵੀ ਐਕਟ ਜਦੋਂ ਬਣਦਾ ਹੈ ਐਕਟ ਦੇ ਨਾਲ ਹੀ ਨਾਲ ਉਹਦੇ ਰੂਲ ਬਣੇ ਜਾਂਦੇ ਨੇ ਵੀ ਉਸ ਐਕਟ ਦੀਆਂ ਧਾਰਾਵਾਂ ਨੂੰ ਕਿਵੇਂ ਕਿਵੇਂ ਲਾਗੂ ਕਰਨਾ ਹੈ। ਇਸ ਤਰ੍ਹਾਂ ਲਗਭਗ ਹਰ ਇੱਕ ਚੈਪਟਰ ਦੇ ਵੈਸੇ ਤਾਂ ਪੂਰੇ ਐਕਟ ਦੇ ਹੀ ਰੂਲ ਬਣਦੇ ਨੇ, ਪਰ ਹਰ ਚੈਪਟਰ ਦੇ ਵੱਖਰੇ ਵੱਖਰੇ ਰੂਲ ਬਣਾ ਕੇ ਦਿਖਾਏ ਜਾਂਦੇ ਨੇ ਵੀ ਕਿਸ ਚੈਪਟਰ ਨੂੰ ਤੁਸੀਂ ਕਿਸ ਤਰੀਕੇ ਨਾਲ ਅੱਗੇ ਐਗਜ਼ੀਕਿਊਟ ਕਰਨਾ ਹੈਗਾ, ਉਹਦੀ ਕਾਰਵਾਈ ਕਿਵੇਂ ਕਰਨੀ ਹੈ। ਠੀਕ ਹੈ ਜੀ। ਇਹਦੇ ਵਿੱਚ ਪਾਵਰਸ ਦਿੱਤੀਆਂ ਗਈਆਂ ਨੇ ਐਫਸੀਆਰ ਨੂੰ ਟੂ ਮੇਕ ਦਾ ਰੂਲਸ। ਕਾਹਦੇ ਲਈ? ਡਿਮਾਰਕੇਸ਼ਨ ਦੇ ਲਈ, ਬਾਉਂਡਰੀਜ਼ ਦੀ ਡਿਮਾਰਕੇਸ਼ਨ ਦੇ ਲਈ, ਜਾਂ ਇਰੈਕਸ਼ਨ ਆਫ ਸਰਵੇ ਮਾਰਕ। ਸਰਵੇ ਮਾਰਕ ਕਿਵੇਂ ਕਰਨੇ, ਕਦੋਂ ਕਿਵੇਂ ਲਗਾਉਣੇ, ਕਦੋਂ ਲਗਾਉਣੇ ਆ, ਉਹਦਾ ਖਰਚਾ ਕੌਣ ਕਰੇਗਾ, ਕਿਵੇਂ ਕਿਸ ਤਰ੍ਹਾਂ ਹੋਏਗਾ। ਠੀਕ ਹੈ ਜੀ। ਉਹਦੇ ਜਿਹੜੇ ਰੂਲ ਬਣਾਉਣ ਦੀ ਪਾਵਰਸ ਹੈਗੀ ਐਫਸੀਆਰ ਕੋਲ ਹੈਗੀ ਹੈ। ਇਹਦਾ ਸੈਕਸ਼ਨ ਦਾ 100 ਦਾ ਜਿਹੜਾ ਸਬ ਸੈਕਸ਼ਨ 2 ਹੈਗਾ ਜੀ, ਉਹਦੇ ਵਿੱਚ ਕੀ ਕਿਹਾ? ਰੂਲਸ ਅੰਡਰ ਦਿਸ ਸੈਕਸ਼ਨ ਮੇ ਪ੍ਰਸਕ੍ਰਾਈਬ ਅਮੰਗ ਦਾ ਮੈਟਰਸ the forms of the survey marks and the material to be used in their construction। ਵੀ ਕਿਸ ਤਰ੍ਹਾਂ ਦੀ ਫਾਰਮ ਹੋਏਗੀ ਤੁਹਾਡਾ ਜਿਹੜਾ ਸਰਵੇ ਮਾਰਕ ਹੋਏਗਾ, ਉਹਦਾ ਸਾਈਜ਼ ਮਤਲਬ ਫਾਰਮ ਇਨ ਮਤਲਬ ਉਹਦੀ ਸ਼ੇਪ ਕੀ ਹੋਏਗੀ, ਕਿੰਨਾ ਚੌੜਾ ਲੰਬਾ ਹੋਏਗਾ ਉਹ, ਤੇ ਉਹਦਾ ਜਿਹੜਾ ਮਟੀਰੀਅਲ ਹੈਗਾ ਉਹ ਕੀ ਹੋਏਗਾ। ਸਬ ਸੈਕਸ਼ਨ 2 ਹੈਗਾ 100 ਦਾ। ਫਿਰ ਹੈ ਜੀ ਸੈਕਸ਼ਨ 101 ਅਸੀਂ ਸਰਵੇ ਕਰਨ ਦੀ ਲੋੜ ਕਿਉਂ ਪੈਂਦੀ ਹੈ? ਪਾਵਰ ਆਫ ਰੈਵਨਿਊ ਆਫਿਸਰ ਟੂ ਡਿਫਾਈਨ ਬਾਉਂਡਰੀਜ਼। ਰੈਵਨਿਊ ਆਫਿਸਰ ਕੋਲ ਪਾਵਰਸ ਨੇ ਜੀ ਬਾਉਂਡਰੀ ਨੂੰ ਡਿਫਾਈਨ ਕਰਨ ਦੀਆਂ। ਦੇਖੋ 101 ਸੈਕਸ਼ਨ ਬਹੁਤ ਜ਼ਰੂਰੀ ਹੈਗਾ। ਜਦੋਂ ਵੀ ਤੁਸੀਂ ਨਿਸ਼ਾਨਦੇਹੀ ਕਰਨ ਲਈ ਕਿਤੇ ਜਾਂਦੇ ਹੋ, ਕਿਸੇ ਪਿੰਡ 'ਚ ਕਿਸੇ ਖੇਤ ਦੇ ਵਿੱਚ ਜਾਂਦੇ ਹੋ, ਤਾਂ ਤੁਸੀਂ 101 ਸੈਕਸ਼ਨ ਦੇ ਤਹਿਤ ਜਾਂਦੇ ਹੋ। ਠੀਕ ਹੈ। ਸਾਨੂੰ ਕੋਈ ਪੁੱਛ ਲੈਂਦਾ ਹੈ ਤੁਸੀਂ ਕਿਵੇਂ, ਆਵਾਜ਼ ਨਹੀਂ ਆ ਰਹੀ? ਆ ਰਹੀ ਹੈ ਜੀ। ਤੁਸੀਂ ਆਪਣਾ ਮੈਕ ਚੈੱਕ ਕਰੋ ਜੀ ਪਲੀਜ਼। ਦਰਵਾਜ਼ਾ ਖੋਲ੍ਹਣਾ, ਆਵਾਜ਼ ਗੂੰਜਦੀ ਸ਼ਾਇਦ। ਆਵਾਜ਼ ਗੂੰਜ ਤਾਂ ਨਹੀਂ ਰਹੀ ਜੀ ਮੇਰੀ? ਓਕੇ। ਸੈਕਸ਼ਨ 101 ਹੈ ਜੀ ਪਾਵਰ ਆਫ ਰੈਵਨਿਊ ਆਫਿਸਰ ਟੂ ਡਿਫਾਈਨ ਦਾ ਬਾਉਂਡਰੀਜ਼। ਤੁਸੀਂ ਇਸ ਸੈਕਸ਼ਨ ਦੇ ਤਹਿਤ 101 ਸੈਕਸ਼ਨ ਦੇ ਤਹਿਤ ਤੁਹਾਡੇ ਕੋਲ ਪਾਵਰ ਹੈ ਜਿਹੜੀਆਂ ਤੁਸੀਂ ਬਾਉਂਡਰੀਜ਼ ਡਿਫਾਈਨ ਕਰਨੀਆਂ ਹੁੰਦੀਆਂ ਨੇ, ਸਰਵੇ ਮਾਰਕ ਬਣਾਉਣੇ ਹੁੰਦੇ ਨੇ, ਦੁਬਾਰਾ ਨਿਸ਼ਾਨਦੇਹੀ ਕਰਨੀ ਹੁੰਦੀ ਹੈ। ਠੀਕ ਹੈ ਜੀ। ਬੁਰਜੀਆਂ ਲਗਵਾਉਣੀਆਂ ਹੁੰਦੀਆਂ ਨੇ, ਬੁਰਜੀਆਂ ਨੂੰ ਰਿਪੇਅਰ ਕਰਨਾ ਹੁੰਦਾ ਹੈ, ਰੈਕਟ ਕਰਨਾ ਹੁੰਦਾ, ਰਿਪੇਅਰ ਕਰਨੀ ਹੁੰਦੀ ਹੈ। ਤੇ ਉਹ ਸੈਕਸ਼ਨ 101 ਦੇ ਤਹਿਤ ਅਸੀਂ ਜਾਂਦੇ ਹਾਂ। ਰੈਵਨਿਊ ਆਫਿਸਰ ਹੈ ਚਾਹੇ ਪਟਵਾਰੀ ਹੈ ਚਾਹੇ ਕਾਨੂੰਗੋ ਹੈ, ਉਹ ਇਸ ਸੈਕਸ਼ਨ 101 ਦੇ ਤਹਿਤ ਅਸੀਂ ਜਿਹੜੀ ਐਗਜ਼ੀਕਿਊਸ਼ਨ ਕਰਦੇ ਹਾਂ ਆਪਣੇ ਆਰਡਰ, ਆਪਣੇ ਕੰਮ ਦੀ। ਇਹ ਲੋੜ ਕਿਉਂ ਪੈਂਦੀ ਹੈ ਡਿਮਾਰਕੇਸ਼ਨ ਦੀ? ਇਹਦੇ 2-3 ਤਰੀਕੇ ਦੱਸੇ ਗਏ ਨੇ ਕਿਉਂ ਜ਼ਰੂਰਤ ਪੈਂਦੀ ਹੈ। ਫਰੇਮਿੰਗ ਐਨੀ ਰਿਕਾਰਡ, ਤੁਸੀਂ ਕੋਈ ਰਿਕਾਰਡ ਨਵਾਂ ਬਣਾ ਰਹੇ ਹੋ, ਜਿਵੇਂ ਕਿ ਇਹ ਕਹਿ ਲਈਏ ਵੀ ਆਪਾਂ ਨਵਾਂ ਨਕਸ਼ਾ ਬਣ ਰਿਹਾ ਹੈ ਜਾਂ ਨਕਸ਼ੇ 'ਚ ਕੋਈ ਸੋਧ ਹੋ ਰਹੀ ਹੈ, ਫਰੇਮਿੰਗ ਐਨੀ ਰਿਕਾਰਡ। ਦੂਜਾ ਕੀ ਹੈ? ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ ਅਸੈਸਮੈਂਟ ਦਾ ਚੈਪਟਰ,
ਅਸੈਸਮੈਂਟ ਦੇ ਦੌਰਾਨ ਅਸੀਂ ਦੁਬਾਰਾ ਮੇਜਰਮੈਂਟ ਕਰਦੇ ਹਾਂ ਸਾਰੀ, ਉਸ ਵੇਲੇ ਵੀ ਸਾਨੂੰ ਮੇਜਰਮੈਂਟ ਦੀ ਲੋੜ ਪੈਂਦੀ ਹੈ, ਅਸੀਂ ਖੇਤਾਂ ਵਿੱਚ ਜਾਂਦੇ ਹਾਂ। ਤੀਸਰਾ ਕੀ ਹੈ, ਕਿਸੇ ਮਾਲਕ ਦੀਆਂ, ਕਿਸੇ ਹਿੱਸੇਦਾਰ ਦੀਆਂ, ਕਿਸੇ ਮਾਲਕ ਦੀਆਂ ਕਹਿ ਲਈਏ ਆਪਾਂ, ਇੰਡੀਵਿਜੂਅਲ ਲੈਂਡ ਓਨਰ ਦੀਆਂ, ਕਿਸੇ ਖੇਵੜਦਾਰ ਦੀਆਂ ਜਾਂ ਕਿਸੇ ਖੇਵੜ ਦੀਆਂ ਜਿਹੜੀਆਂ ਹੱਦਾਂ ਨੇ ਉਹ ਮਿਟ ਗਈਆਂ, ਕਿਸੇ ਵੀ ਕਾਰਨ ਮਿਟ ਗਈਆਂ, ਸਮਾਂ ਪੈਣ ਦੇ ਨਾਲ, ਕਿਸੇ ਪਾਣੀਆਂ ਦੇ ਆਉਣ ਦੇ ਨਾਲ ਜਾਂ ਕਿਸੇ ਵੀ ਕਾਰਨ ਮਿਟ ਗਈਆਂ ਉਹ, ਤਾਂ ਉਹਦੀ ਜਿਹੜੀ ਨਿਸ਼ਾਨਦੇਹੀ ਹੈ ਉਹਦੀ ਅਰਜੀ ਦੇ ਉੱਪਰ, ਜੋ ਕਿ ਆਪਾਂ ਜਿਵੇਂ ਜਿਸ ਤਰੀਕੇ ਆਪਾਂ ਨਿਸ਼ਾਨਦੇਹੀਆਂ ਦੀ ਅਰਜੀ ਲੈਂਦੇ ਹਾਂ। ਇਹ 3 ਤਰੀਕੇ ਹੈਗੇ ਆ ਜਿਸ ਦੇ ਬੇਸਿਸ ਤੇ ਅਸੀਂ ਕਿਸੇ ਖੇਤ ਦੇ ਵਿੱਚ ਐਂਟਰ ਕਰਦੇ ਹਾਂ ਜਾਂ ਸਾਨੂੰ ਐਂਟਰ ਕਰਨਾ ਪੈਂਦਾ ਹੈ। ਠੀਕ ਹੈ ਜੀ। ਤੇ ਇਹ ਜਿਹੜੀ ਡਿਮਾਰਕੇਸ਼ਨ ਹੈ ਕਿਹਦੀ ਹੋ ਸਕਦੀ ਹੈ, ਕਿਸੇ ਪੂਰੇ ਪਿੰਡ ਦੀ ਵੀ ਹੋ ਸਕਦੀ ਹੈ, ਕਿਸੇ 2 ਪਿੰਡਾਂ ਦੀ ਬਾਉਂਡਰੀ ਦੀ ਵੀ ਹੋ ਸਕਦੀ ਹੈ, ਕਿਸੇ ਖੇਵੜਦਾਰ ਦੀ ਵੀ ਹੋ ਸਕਦੀ ਹੈ ਜਿਹਨੀ ਕਿ ਪੂਰੀ ਹੋਲਡਿੰਗ ਦੀ ਹੋ ਸਕਦੀ ਹੈ, ਜਾਂ ਕਿਸੇ ਪਾਰਟੀਕੂਲਰ ਨੰਬਰ ਖਸਰਾ ਦੀ ਵੀ ਹੋ ਸਕਦੀ ਹੈ। ਠੀਕ ਹੈ। ਪਾਰਟੀਕੂਲਰ ਨੰਬਰ ਖਸਰਾ ਤੋਂ ਇਲਾਵਾ ਕਿਸੇ ਪੋਰਸ਼ਨ ਦੀ ਵੀ ਹੋ ਸਕਦੀ ਹੈ ਨੰਬਰ ਖਸਰਾ ਦੀ, ਜਿਵੇਂ ਇੱਕ ਲਾਈਨ ਹੈ, ਮੰਨ ਲਓ ਇੱਕ ਲਾਈਨ ਹੀ ਖਰਾਬ ਹੋ ਗਈ ਪੂਰੇ ਨੰਬਰ ਖਸਰਾ ਦੀ, ਜਿਹੜੀ ਕਿਸੇ ਦੂਜੇ ਗੁਆਂਢੀ ਨਾਲ ਲੱਗਦੀ ਸੀਗੀ, ਉਹ ਲਾਈਨ ਰੈਡੀਮੇਡ ਹੋ ਗਈ, ਜਾਂ 2 ਪਾਰਟੀਆਂ ਦਾ ਆਪਸੀ ਡਿਸਪਿਊਟ ਹੋ ਗਿਆ ਵੀ ਮੈਂ ਤਾਂ 5 ਕਰਮਾ ਜਾਂ 2 ਕਰਮਾ ਇੱਧਰ ਜਾਂਦਾ, ਉਹ ਕਹਿੰਦਾ ਨਹੀਂ ਤੇਰੀ ਇਹ ਲਾਈਨ ਠੀਕ ਹੈ, ਤੂੰ ਮੇਰੇ ਵੱਲ ਨਹੀਂ ਆ ਸਕਦਾ। ਜਿਵੇਂ ਕਿ ਆਪਾਂ ਅੱਜ ਕੱਲ੍ਹ ਨਿਸ਼ਾਨਦੇਹੀਆਂ ਦੀਆਂ ਅਰਜ਼ੀਆਂ ਆਪਣੇ ਕੋਲ ਆਉਂਦੀਆਂ ਨੇ, ਇਸੇ ਬੇਸਿਸ ਤੇ ਆਉਂਦੀਆਂ ਨੇ। ਠੀਕ ਹੈ ਜੀ। ਉਹਦੇ 'ਚ ਆਪਾਂ ਕੀ ਹੈ, ਪੂਰੇ ਪਿੰਡ ਦੀ ਨਿਸ਼ਾਨਦੇਹੀ ਵੀ ਕਰ ਸਕਦੇ ਹਾਂ, 2 ਪਿੰਡਾਂ ਦੀ ਬਾਉਂਡਰੀ ਦੀ ਨਿਸ਼ਾਨਦੇਹੀ ਵੀ ਕਰ ਸਕਦੇ ਹਾਂ, ਪੂਰੀ ਖੇਵੜ ਦੀ ਵੀ ਕਰ ਸਕਦੇ ਹਾਂ, ਕਿਸੇ ਪਾਰਟੀਕੂਲਰ ਨੰਬਰ ਖਸਰਾ ਦੀ ਵੀ ਕਰ ਸਕਦੇ ਹਾਂ, ਤੇ ਕਿਸੇ ਨੰਬਰ ਖਸਰਾ ਤੇ ਕਿਸੇ ਪੋਰਸ਼ਨ ਦੀ ਵੀ ਨਿਸ਼ਾਨਦੇਹੀ ਕਰ ਸਕਦੇ ਹਾਂ। ਇਹ ਸੈਕਸ਼ਨ ਤੁਹਾਡਾ ਹੈਗਾ 101 ਦਾ ਸਬਸੈਕਸ਼ਨ 1 ਕਹਿੰਦਾ ਜੀ। ਫਿਰ ਸਬਸੈਕਸ਼ਨ 1 ਦੇ 101 ਦੇ 2 ਦੇ ਵਿੱਚ ਕੀ ਕਿਹਾ ਗਿਆ, ਤੁਸੀਂ ਬੁਰਜੀਆਂ ਦੀ ਰਿਪੇਅਰ ਵੀ ਕਰ ਸਕਦੇ ਹੋ। In defining the limits of any land under subsection 1, the revenue officer may cause survey marks to be erected on any boundary already determined by or order court, revenue officer, forest settlement officer, restore any survey marks already set up। ਜਾਣੀ ਕਿ ਸਾਨੂੰ ਕਿਸੇ ਕੋਰਟ ਵੱਲੋਂ ਵੀ ਆਰਡਰ ਆ ਸਕਦਾ ਹੈ, ਕਿਸੇ ਰੈਵਨਿਊ ਆਫਿਸਰ ਵੱਲੋਂ ਵੀ ਆਰਡਰ ਆ ਸਕਦਾ ਹੈ, ਕਿਸੇ ਰੈਵਨਿਊ ਕੋਰਟ, ਸਿਵਲ ਕੋਰਟ ਦਾ ਵੀ ਆਰਡਰ ਆ ਸਕਦਾ ਹੈ, ਜਾਂ ਸਾਨੂੰ ਜਿਹੜਾ ਫੋਰੈਸਟ ਡਿਪਾਰਟਮੈਂਟ ਦੇ ਕਿਸੇ ਆਫਿਸਰ ਦਾ ਵੀ ਆਰਡਰ ਆ ਸਕਦਾ ਹੈ। ਅਸੀਂ ਉਹਨਾਂ ਆਰਡਰਾਂ ਦੇ ਤਹਿਤ ਜਦੋਂ ਕਿਸੇ 2 ਪਾਰਟੀਆਂ ਦੀ ਬਾਉਂਡਰੀ ਦਾ ਡਿਸਪਿਊਟ ਹੋ ਗਿਆ ਹੋਵੇ, ਉਹ ਸੈਟਲ ਹੋ ਗਿਆ ਹੋਵੇ ਜਾਂ ਸੈਟਲ ਕਰਨਾ ਹੋਵੇ, ਉਹਦੀ ਅਸੀਂ ਜਿਹੜੀ ਬਾਉਂਡਰੀ ਹੈਗੀ ਹੈ, ਮਤਲਬ ਬੁਰਜੀ ਹੈਗੀ ਹੈ, ਉਸ ਸੈਕਸ਼ਨ 101 ਦੇ ਸਬਸੈਕਸ਼ਨ 2 ਦੇ ਤਹਿਤ ਅਸੀਂ ਜਿਹੜਾ ਸਰਵੇ ਮਾਰਕ ਹੈ ਉਹ ਲਗਾਉਂਦੇ ਹਾਂ। ਤੀਸਰਾ ਪੁਆਇੰਟ ਸੀ ਸੈਕਸ਼ਨ 101A, ਪਾਵਰ ਟੂ ਫਿਕਸ ਬਾਉਂਡਰੀਜ਼ ਬਿਟਵੀਨ ਦਾ ਰੀਜਨਲ ਸਟੇਟਸ। ਆਪਾਂ ਪਿੱਛੇ ਪੜ੍ਹਿਆ ਸੀਗਾ ਚੈਪਟਰ 7 ਦੇ ਵਿੱਚ, ਰੀਜਨਲ ਸਟੇਟ ਦੇ ਵਿੱਚ ਕੀ ਹੁੰਦਾ ਹੈਗਾ, 2 ਪਿੰਡਾਂ ਦੀਆਂ ਜਿਹੜੀਆਂ ਬਾਉਂਡਰੀਆਂ ਨੇ ਉਹ ਆਪਸ ਵਿੱਚ ਮਿਕਸ ਹੋ ਜਾਂਦੀਆਂ ਨੇ। ਠੀਕ ਹੈ ਜੀ। when any 2 or more states are subject to river action, ਕਿਸੇ ਦਰਿਆ ਦੇ ਕਿਸੇ ਐਕਸ਼ਨ ਦੇ ਕਾਰਨ, limits of such states are here by any law, custom, decree or order applicable thereto liable to be vary according to variations made from time to time। ਸਰਕਾਰ ਕਹਿੰਦੀ ਹੈ, ਸਰਕਾਰ ਦਾ ਕੋਈ ਆਰਡਰ ਹੁੰਦਾ, FCR ਦਾ ਆਰਡਰ ਹੁੰਦਾ ਵੀ 2 ਪਿੰਡਾਂ ਦੀਆਂ ਜਿਹੜੀਆਂ ਬਾਉਂਡਰੀ ਸੀ, ਲੋਕਾਂ ਦੀ ਅਰਜ਼ੀਆਂ ਦੇ ਮੁਤਾਬਕ ਜਾਂ ਕਿਸੇ ਲੋਕਾਂ ਦੀ ਦਰਖਾਸਤਾਂ ਦੇਣ ਦੇ ਮੁਤਾਬਕ ਗਵਰਨਮੈਂਟ ਕੋਈ ਐਪਲੀਕੇਸ਼ਨ ਦਿੰਦੇ ਵੀ ਸਾਡੇ ਇਹ 2 ਪਿੰਡਾਂ ਦੀ ਜਿਹੜੀ ਬਾਉਂਡਰੀ ਸੀਗੀ ਇਹ ਬਿਲਕੁਲ ਖਤਮ ਹੋ ਚੁੱਕੀ ਹੈ, ਸਾਨੂੰ ਨਹੀਂ ਪਤਾ ਹੁੰਦਾ ਕਿਹਦਾ ਖੇਤ ਕਿੱਥੇ ਹੈ, ਕਿਹਦਾ ਖੇਤ ਕਿੱਥੇ ਹੈ, ਕਿਹਦਾ ਖੇਤ ਕਿੱਥੇ ਹੈ, ਤਾਂ ਸਰਕਾਰ ਵੱਲੋਂ ਕੋਈ ਆਰਡਰ ਜਾਰੀ ਕੀਤਾ ਜਾਂਦਾ ਹੈ। ਠੀਕ ਹੈ ਜੀ। ਸਟੇਟ ਗਵਰਨਮੈਂਟ ਮੇ ਬਾਈ ਆਰਡਰ ਪਰਮਾਨੈਂਟ ਬਾਉਂਡਰੀ ਲਾਈਨ ਟੂ ਬੀ ਫਿਕਸਡ ਬਿਟਵੀਨ ਦਾ ਸੱਚ ਸਟੇਟ, ਸਰਕਾਰ ਵੱਲੋਂ ਆਰਡਰ ਕੀਤਾ ਜਾਂਦਾ ਹੈ ਵੀ ਇਸ ਪਿੰਡਾਂ ਦੀ ਜਿਹੜੀ ਹੈਗੀ ਆ ਬਾਉਂਡਰੀ ਲਾਈਨ ਦੁਬਾਰਾ ਫਿਕਸ ਕੀਤੀ ਜਾਵੇ। ਉਹ ਜਿਹੜੀ ਅਸੀਂ ਬਾਉਂਡਰੀ ਲਾਈਨ ਦੁਬਾਰਾ ਫਿਕਸ ਕਰਦੇ ਹਾਂ ਉਹ ਵੀ ਫਿਰ ਅਸੀਂ ਐਂਟਰੀ ਕਰਦੇ ਹਾਂ ਸੈਕਸ਼ਨ 101 ਦੇ ਤਹਿਤ ਖੇਤਾਂ ਦੇ ਵਿੱਚ। ਠੀਕ ਹੈ ਜੀ। ਸਾਡੇ ਕੋਲ ਜਦੋਂ ਅਸੀਂ ਇਹਦਾ ਸੈਕਸ਼ਨ 101 ਦਾ A ਦਾ 2 ਪਾਰਟ ਕੀ ਹੈ, ਅਪਨ ਐਨ ਆਰਡਰ, ਜਦੋਂ ਸਾਡੇ ਕੋਲ ਕੋਈ ਕਲੈਕਟਰ ਦਾ ਆਰਡਰ ਆ ਗਿਆ, ਕਲੈਕਟਰ ਸ਼ੈਲ ਫਿਕਸ ਅ ਬਾਉਂਡਰੀ ਲਾਈਨ ਬਿਟਵੀਨ ਸੱਚ ਸਟੇਟਸ ਔਰ ਪੋਰਸ਼ਨ ਅਕੋਰਡਿੰਗਲੀ ਐਂਡ ਸ਼ੈਲ ਡਿਮਾਰਕੇਟ ਦਾ ਲੈਂਡ ਐਜ਼ ਪਰ ਦਾ ਸੈਕਸ਼ਨਸ 100 ਤੇ 101। 100 ਤੇ 101 ਜਿਹੜੇ ਸੈਕਸ਼ਨ ਸਾਨੂੰ ਦਿੱਤੇ ਗਏ ਨੇ, 100 ਦੇ ਵਿੱਚ ਰੂਲ ਬਣਾਏ ਜਾਂਦੇ ਨੇ FCR ਵੱਲੋਂ, ਤੇ 101 ਦੇ ਵਿੱਚ ਸਾਡੇ ਕੋਲ ਐਂਟਰੀ ਕਰਨ ਦੀ ਪਾਵਰ ਹੈਗੀ ਹੈ। ਅਸੀਂ ਉਸੇ ਇਹਨਾਂ ਸੈਕਸ਼ਨ ਦੇ ਤਹਿਤ ਅਸੀਂ ਫਿਰ ਜਿਹੜਾ ਹੈਗਾ ਉਹਨਾਂ ਖੇਤਾਂ ਦੀ ਸਰਵੇ ਕਰਦੇ ਹਾਂ ਤੇ ਡਿਮਾਰਕੇਸ਼ਨ ਕਰਕੇ, ਐਂਟਰੀ ਕਰਕੇ ਡਿਮਾਰਕੇਸ਼ਨ ਕਰਦੇ ਹਾਂ। ਸਬਸੈਕਸ਼ਨ 3 ਹੈ ਜੀ 101A ਦਾ, ਐਵਰੀ ਸੱਚ ਬਾਉਂਡਰੀ ਲਾਈਨ ਸ਼ੈਲ ਬੀ ਫਿਕਸਡ ਵਿਦ ਡਿਊ ਰਿਕਾਰਡ। ਵਿਦ ਡਿਊ ਰਿਕਾਰਡ ਕੀ ਹੈ, ਉਸ ਪਿੰਡ ਦੇ ਜਿਹੜੇ ਰੀਤੀ ਰਿਵਾਜ ਨੇ, ਕਸਟਮਸ ਹੈਗੇ ਨੇ, ਸਟੇਟ ਇੰਟਰਸਟ ਪੋਜੈਸ਼ਨ, ਉਹਨਾਂ ਬੰਦਿਆਂ ਦਾ ਜਿਹੜੇ ਬੰਦੇ ਕਬਜ਼ੇ ਦੇ ਵਿੱਚ ਬੈਠੇ ਨੇ ਉਹਨਾਂ ਦਾ ਇੰਟਰਸਟ ਵੀ ਦੇਖਿਆ ਜਾਂਦਾ ਹੈ। ਹਰ ਚੀਜ਼ ਨੂੰ ਮਤਲਬ ਕਿ ਉਹ ਪਿੰਡ ਦੇ ਜਿਹੜੇ ਰੀਤੀ ਰਿਵਾਜ ਨੇ, ਕਸਟਮਸ ਨੇ, ਉਹਨਾਂ ਨੂੰ ਬੰਦੇ ਨਜ਼ਰ ਰੱਖਿਆ ਜਾਂਦਾ। ਮਤਲਬ ਕਿ ਇੱਥੇ ਕਹਿਣ ਦਾ ਮਤਲਬ ਇਹਦਾ ਇਹ ਹੈਗਾ ਵੀ ਜੇ ਕੋਈ ਇੱਦਾਂ ਦੀ ਬਾਉਂਡਰੀ ਤੁਸੀਂ ਫਿਕਸ ਕਰ ਦਿੱਤੀ, ਖੇਤ ਇੱਧਰ ਉੱਧਰ ਹੋ ਗਏ, ਤਾਂ ਜਿਹੜੇ ਉਹਦੇ ਕਬਜ਼ੇ ਵਗੈਰਾ ਤਬਦੀਲ ਕਰਨੇ ਹੁੰਦੇ ਆ ਤਾਂ ਉਹ 15 ਵਜੇ ਤੋਂ ਪਹਿਲਾਂ ਕਰਨੇ ਹੁੰਦੇ ਆ।
ਜਾਂ ਜੇ ਕਿਸੇ ਦਾ ਕਬਜ਼ਾ ਹੈਗਾ, ਉਹਨੂੰ ਲੱਗਦਾ ਵੀ ਮੇਰੀ ਜਿਹੜੀ ਬਾਉਂਡਰੀ ਲਾਈਨ ਦੀ ਡਿਮਾਰਕੇਸ਼ਨ ਹੋਈ ਹੈ ਗਲਤ ਹੋਈ ਹੈ, ਤਾਂ ਅਜਿਹੇ ਵਿਅਕਤੀਆਂ ਨੂੰ ਉਹਨਾਂ ਨੂੰ ਸੁਣਨਾ ਚਾਹੀਦਾ ਜ਼ਰੂਰੀ ਹੁੰਦਾ ਹੈ, ਉਹਨਾਂ ਤੋਂ ਪੱਖ ਦੇਖਣੇ ਹੁੰਦੇ ਆ, ਮਤਲਬ ਕਿ ਨਜ਼ਰਅੰਦਾਜ਼ ਨਹੀਂ ਕਰਨੇ ਹੁੰਦੇ। ਸੈਕਸ਼ਨ 4 ਦੇ ਵਿੱਚ ਕੀ ਸੀਗਾ, ਸਬ ਸੈਕਸ਼ਨ 4 ਦੇ ਵਿੱਚ ਨੋ ਸੱਚ ਬਾਉਂਡਰੀ ਨੋ ਪਰਮਾਨੈਂਟ ਅਪਰੂਵਲ FCR। ਜਦੋਂ ਇਦਾਂ ਦੀ ਕੋਈ ਅਸੀਂ ਬਾਉਂਡਰੀ ਲਾਈਨ ਕਾਇਮ ਕਰਦੇ ਹਾਂ ਡਿਮਾਰਕੇਸ਼ਨ ਕਰਕੇ ਦੋ ਪਿੰਡਾਂ ਦੇ ਵਿੱਚ ਆਪਸ ਦੇ ਵਿੱਚ, ਉਹ ਉਦੋਂ ਤੱਕ ਉਹਨੂੰ ਫਾਈਨਲੀ ਪੱਕਾ ਨਹੀਂ ਸਮਝਿਆ ਜਾਏਗਾ, ਪਰਮਾਨੈਂਟ ਨਹੀਂ ਸਮਝਿਆ ਜਾਏਗਾ ਜਦੋਂ ਤੱਕ ਉਹਦੀ FCR ਵੱਲੋਂ ਅਪਰੂਵਲ ਨਾ ਹੋ ਜਾਵੇ। ਠੀਕ ਹੈ ਜੀ, ਕਿਉਂਕਿ ਗਵਰਨਮੈਂਟ ਦੇ ਡਾਇਰੈਕਸ਼ਨ ਤੇ ਹੀ ਇਹ ਜਿਹੜੇ ਦੋ ਪਿੰਡਾਂ ਦੇ ਰੀਜਨਲ ਸਟੇਟ ਦੀ ਜਿਹੜੀ ਡਿਮਾਰਕੇਸ਼ਨ ਕਰਦੇ ਆ, ਇਹ ਕਿਸੇ ਬੰਦੇ ਇੱਕ ਦੀ ਐਪਲੀਕੇਸ਼ਨ ਤੇ ਨਹੀਂ ਕੀਤੀ ਜਾਂਦੀ, ਇਹ ਗਵਰਨਮੈਂਟ ਦੀ ਅਪਰੂਵਲ ਤੇ ਕੀਤੀ ਜਾਂਦੀ। ਦੋ ਪਿੰਡਾਂ ਦੀ ਇਸੇ ਰੀਜਨਲ ਸਟੇਟ ਦੀ ਖਾਸ ਕਰਕੇ ਗੱਲ ਕਰ ਰਿਹਾ ਹੈ, ਉਦੋਂ ਸਰਕਾਰ ਦੇ ਆਰਡਰ ਦੇ ਨਾਲ ਹੀ ਅਸੀਂ ਨਿਸ਼ਾਨਦੇਹੀ ਕਰਦੇ ਹਾਂ, ਤੇ ਸਰਕਾਰ ਦਾ ਹੀ ਆਰਡਰ ਜਿਹੜਾ ਹੁੰਦਾ ਹੈ ਉਹ ਇਸ ਨੂੰ ਫਾਈਨਲ ਕਰਦਾ ਹੈ, ਅਪਰੂਵਲ ਦਿੰਦਾ ਹੈ ਸਬਸੈਕਸ਼ਨ 4 ਦੇ ਤਹਿਤ। ਅੱਗੇ ਹੈ ਜੀ ਸੈਕਸ਼ਨ 101 ਦਾ B ਪਾਰਟ, effect of fixing a boundary between the region states। A fixed and constant boundary between the states affected thereby and the proprietary and all other rights in every folding, field or other portion of an estate situated site on each side of the boundary line so fixed shall subject to the following provisions: vest in the landowners of the estate which lies on the side of the boundary line on which such holding field or other portion of an estate is situated। ਇਹ ਕਹਿੰਦਾ ਜੀ ਇਫੈਕਟ ਆਫ ਫਿਕਸਿੰਗ ਅ ਬਾਉਂਡਰੀ ਬਿਟਵੀਨ ਰੀਜਨਲ ਸਟੇਟਸ। ਇਹ ਕਹਿੰਦਾ ਵੀ ਜਦੋਂ ਅਸੀਂ ਕਰਦੇ ਹਾਂ ਬਾਉਂਡਰੀ ਲਾਈਨ ਫਿਕਸ ਕਰ ਦਿੱਤੀ ਤਾਂ ਉਹਦਾ ਇਫੈਕਟ ਕੀ ਹੋਏਗਾ, ਉਹਦਾ ਇਫੈਕਟ ਲੈਂਡ ਓਨਰਸ਼ਿਪ ਤੇ ਕੋਈ ਨਹੀਂ ਹੋਏਗਾ। ਜਿਵੇਂ A ਸਾਈਡ ਦੇ ਮਾਲਕ ਪਿੰਡ ਦੇ ਹੈਗੇ ਆ, ਉਹ ਮਾਲਕ A ਸਾਈਡ ਤੇ ਬਣ ਗਏ, B ਸਾਈਡ ਦੇ B ਸਾਈਡ ਤੇ ਬਣ ਗਏ, ਬਾਉਂਡਰੀ ਲਾਈਨ ਫਿਕਸ ਹੋ ਗਈ, ਉਹਨਾਂ ਮਾਲਕਾਂ ਦੇ ਜੋ ਰਾਈਟਸ ਉਹ ਇੰਟਰਸਟ ਜੋ ਹੁੰਦੇ ਨੇ ਉਹੀ ਕਾਇਮ ਰਹਿਣਗੇ। ਆਪਾਂ ਕੱਲ ਵੀ ਡਿਸਕਸ ਕੀਤਾ ਸੀਗਾ, ਜਿਹੜੇ ਰਾਈਟਸ ਨੇ ਇਹ ਰਿਜ਼ਰਵ ਰੱਖ ਲਏ ਜਾਂਦੇ ਨੇ। ਜੇ ਕੋਈ ਬੰਦਾ ਕਹਿੰਦਾ ਵੀ ਮੈਂ ਤਾਂ ਇਹ ਲਗਾਤਾਰ ਮੈਂ ਤਾਂ ਮੇਰੇ ਦਾਦੇ ਪੜਦਾਦੇ ਤੋਂ ਬਾਹਰ ਹਾਂ, ਤੁਸੀਂ ਹੁਣ ਨਿਸ਼ਾਨਦੇਹੀ ਕਰਕੇ ਇਹ ਜਿਹੜੀ ਬਾਉਂਡਰੀ ਲਾਈਨ ਫਿਕਸ ਕੀਤੀ ਹੈ, ਮੈਨੂੰ ਤਾਂ ਇਹ ਗਲਤ ਲੱਗਦੀ ਹੈ, ਕਬਜ਼ਾ ਉਹਦਾ ਹੈਗਾ ਪਰ ਚਲੇਗੀ ਦੂਜੇ ਬੰਦੇ ਨੂੰ, ਤਾਂ ਉਹ ਜਿਹੜਾ ਹੈਗਾ ਉਹਦੇ ਕੋਲ ਰਾਈਟਸ ਹੈਗਾ, ਉਹ ਐਪਲੀਕੇਸ਼ਨ ਦੇ ਸਕਦਾ ਹੈ ਕਲੈਕਟਰ ਦੇ। ਤਾਂ ਜਿਹੜਾ ਕਲੈਕਟਰ ਹੈਗਾ, ਕਲੈਕਟਰ ਫਾਰ ਦਾ ਟਾਈਮ ਬਿੰਗ ਉਸ ਨੂੰ ਜਿਹੜਾ ਰਾਈਟ ਹੈਗਾ ਉਹਨੂੰ ਰਿਜ਼ਰਵ ਰੱਖਿਆ ਜਾ ਸਕਦਾ ਹੈ, ਤਾਂ ਕਿ ਉਹਦੀ ਜਿਹੜੀ ਐਪਲੀਕੇਸ਼ਨ ਹੈ ਉਹਦੀ ਸੁਣਵਾਈ ਕੀਤੀ ਜਾ ਸਕਦੀ ਹੋਵੇ। ਯਾਨੀ ਕਿ ਜਦੋਂ ਦੋ ਪਿੰਡਾਂ ਦੀ ਬਾਉਂਡਰੀ ਕਾਇਮ ਹੋ ਜਾਂਦੀ ਹੈ ਤਾਂ ਉਹਦੀ ਇੱਕ ਲਿਸਟ ਬਣਦੀ ਹੈ ਨੰਬਰ ਖਸਰਾ ਦੀ, ਜਿਹੜੇ ਇਹ ਨੰਬਰ ਖਸਰਾ ਹੈਗੇ ਪਾਰਟੀਕੂਲਰ ਇਹ ਪਿੰਡ ਦੇ ਕਬਜ਼ੇ ਵਿੱਚ ਸੀਗੇ ਤੇ ਇਹ B ਪਿੰਡ ਦੇ ਮਾਲਕਾਂ ਦੇ ਨੇ। ਇਹ ਨੰਬਰ ਖਸਰਾ ਨੇ ਇਹ B ਪਿੰਡ ਦੇ ਮਾਲਕ ਕਬਜ਼ੇ ਵਿੱਚ ਸੀਗੇ, ਇਹ A ਪਿੰਡ ਦੇ ਮਾਲਕਾਂ ਦੇ ਨੇ। ਠੀਕ ਹੈ ਜੀ, ਡਿਟੇਲ ਆਰਡਰ ਬਣਦਾ ਹੈ, ਡਿਟੇਲ ਲਿਸਟ ਬਣਦੀ ਹੈ, ਡਿਟੇਲ ਲਿਸਟ ਬਣ ਕੇ ਉਹਦਾ ਆਰਡਰ ਹੁੰਦਾ ਹੈ ਕਲੈਕਟਰ ਵੱਲੋਂ। ਪਰ ਜਦੋਂ ਇਹ ਆਰਡਰ ਕਰਕੇ ਇਹਦੀ ਅਨਾਉਂਸਮੈਂਟ ਕਰਨੀ ਹੁੰਦੀ ਹੈ, ਪਿੰਡ 'ਚ ਮੁਨਾਦੀ ਕਰਨੀ ਹੁੰਦੀ ਹੈ, ਪਰ ਜੇ ਕੋਈ ਬੰਦਾ ਕੋਈ ਆ ਕੇ ਐਪਲੀਕੇਸ਼ਨ ਦਿੰਦਾ ਕਲੈਕਟਰ ਦੇ, ਤਾਂ ਜਿਹੜਾ ਕਲੈਕਟਰ ਵੱਲੋਂ ਉਹਦਾ ਜਿਹੜਾ ਉਸ ਪਾਰਟੀਕੂਲਰ ਨੰਬਰ ਖਸਰਾ ਦਾ ਜਿਹੜਾ ਆਰਡਰ ਹੈ ਉਹਨੂੰ ਰਿਜ਼ਰਵ ਰੱਖ ਲਿਆ ਜਾਂਦਾ ਹੈ। ਮਤਲਬ ਉਹਦੀ ਪਬਲੀਕੇਸ਼ਨ ਨਹੀਂ ਕੀਤੀ ਜਾਂਦੀ ਜਦੋਂ ਤੱਕ ਉਹ ਜਿਹੜੀ ਐਪਲੀਕੇਸ਼ਨ ਹੈ ਉਹਨੂੰ ਕੰਸੀਡਰ ਕਰਕੇ ਉਹਦੀ ਸੁਣਵਾਈ ਕਰਕੇ ਉਹਦਾ ਫੈਸਲਾ ਨਾ ਕੀਤਾ ਜਾਵੇ। ਫਿਰ ਕੀ ਹੁੰਦਾ ਜੀ, ਫਰਦਰ ਜਦੋਂ ਉਹ ਐਪਲੀਕੇਸ਼ਨ ਬੰਦਾ ਦੇ ਦਿੰਦਾ ਹੈ, ਉਹਦੀ ਐਪਲੀਕੇਸ਼ਨ ਤੇ ਜਿਹੜਾ ਹੈਗਾ ਪਿੰਡ 'ਚ ਮੌਕਾ ਰੱਖਿਆ ਜਾਂਦਾ ਹੈ ਤਹਿਸੀਲਦਾਰ ਵੱਲੋਂ। ਪਿੰਡ 'ਚ ਮੌਕਾ ਰੱਖ ਕੇ ਉਹਦੀ ਜਿਹੜੇ ਇੰਟਰਸਟਡ ਪਰਸਨਸ ਹੁੰਦੇ ਆ, ਮੰਨ ਲਓ ਰਕਬਾ ਹੈਗਾ B ਪਿੰਡ ਨੂੰ ਜਾਂਦਾ ਹੈ ਕਬਜ਼ੇ ਵਿੱਚ, A ਪਿੰਡ ਵਾਲੇ ਮਾਲਕ ਦੇ ਕਬਜ਼ੇ ਵਿੱਚ ਹੈਗਾ, ਤਾਂ B ਪਿੰਡ ਦੇ ਮਾਲਕਾਂ ਨੂੰ ਮੌਕੇ ਤੇ ਜਾ ਕੇ ਰੈਵਨਿਊ ਆਫਿਸਰ ਵੱਲੋਂ ਸੁਣਿਆ ਜਾਂਦਾ ਹੈ। ਠੀਕ ਹੈ ਜੀ, ਤੇ ਉਹ ਵਿਅਕਤੀ ਜੇ ਉਹ ਰਕਬਾ ਰੱਖਣਾ ਚਾਹੁੰਦਾ ਹੋਵੇ, ਜੇ ਤਾਂ ਉਹ ਛੱਡ ਦੇ ਫਿਰ ਤਾਂ ਗੱਲ ਹੀ ਖਤਮ ਹੋ ਜਾਂਦੀ ਹੈ, ਪਰ ਉਹ ਛੱਡਣਾ ਨਹੀਂ ਚਾਹੁੰਦਾ, ਇਸ ਕਰਕੇ ਉਹਨੇ ਅਰਜ਼ੀ ਦਿੱਤੀ ਹੈ। ਠੀਕ ਹੈ, ਇੱਥੇ ਇੱਕ ਪ੍ਰੋਵੀਜ਼ਨ ਹੈਗੀ ਹੈ ਲੈਂਡ ਐਕੁਜੀਸ਼ਨ ਐਕਟ ਦੇ ਤਹਿਤ ਆਉਂਦੀ ਹੈ ਵੀ ਉਹ ਜਿਹੜਾ ਰਕਬਾ ਹੈਗਾ ਰੈਵਨਿਊ ਆਫਿਸਰ ਕਲੈਕਟਰ ਜੇ ਚਾਹੇ ਤਾਂ ਉਸਨੂੰ ਉਸੇ ਵਿਅਕਤੀ ਨੂੰ ਜਿਹਦੇ ਕਬਜ਼ੇ ਵਿੱਚ ਹੈ ਉਹਨੂੰ ਦੇ ਸਕਦਾ ਹੈਗਾ। ਦੇਗਾ ਕਿਵੇਂ? ਉਹਦੇ ਵਿੱਚ ਕੀ ਹੈਗਾ, ਜਿਹੜਾ ਪੰਜਾਬ ਲੈਂਡ ਐਕੁਜੀਸ਼ਨ ਐਕਟ ਜਿਹੜਾ ਹੈਗਾ ਆਪਣੇ ਕੋਲ 18 18
लैंड एक्विजिशन एक्ट के तहत जी वो जी जमीन का जो मुआवजा हैगा वो फिक्स किया जाएगा। फिक्स डे हीयरिंग की पहले तो अर्जी के दिन का जी अर्जी है वो दिन फिक्स किया जाएगा पिंड च जाण का। फिर नोटिस दिता जाएगा दूजिया पार्टियां नूं सारिਆਂ ਨੂੰ सुनन का। सुनन उपरंत अपॉन द डे सो फिक्सड फॉर हीयरिंग, मैं सब सेक्शन 2 पढ़ रहा जी 101 सी का। अपॉन द डे सो फिक्सड फॉर हीयरिंग और एनी डे टू विच द हीयरिंग इज adjourned in according to the rights of the land and award the compensation। उस ਜਿਹੜਾ ਹੈਗਾ ਰਕਬੇ ਦੀ ਜਿਹੜੀ ਅਵਾਰਡ ਸੁਣਾਈ ਜਾਏਗੀ ਵੀ ਇਹਨੂੰ ਕਿੰਨਾ ਮੁਆਵਜ਼ਾ ਦਿੱਤਾ ਜਾਣਾ ਹੈ, ਕਿਸ ਨੂੰ, ਜਿਹਦੀ ਅਸਲ 'ਚ ਓਨਰਸ਼ਿਪ ਬਣੀ ਹੈ ਡਿਮਾਰਕੇਸ਼ਨ ਕਰਨ ਤੋਂ ਬਾਅਦ। ਮਤਲਬ ਕਿ ਜਿਸ ਬੰਦੇ ਦੇ ਕਬਜ਼ੇ ਦੇ ਵਿੱਚ ਉਹ ਰਕਬਾ ਹੈਗਾ ਉਸ ਬੰਦੇ ਤੋਂ ਮੁਆਵਜ਼ਾ ਲਿਆ ਜਾਏਗਾ। ਮੁਆਵਜ਼ਾ ਲਿਆ ਕਿਸ ਤਰ੍ਹਾਂ ਜਾਏਗਾ? ਲੈਂਡ ਐਕੁਜੀਸ਼ਨ ਐਕਟ ਦੇ ਤਹਿਤ ਲਿਆ ਜਾਏਗਾ ਤੇ ਉਹਦੀ ਜਿਹੜੀ ਅਵਾਰਡ ਹੈ ਉਹ ਉਸ ਵੇਲੇ ਕਲੈਕਟਰ ਤੋਂ ਰੈਵਨਿਊ ਆਫਿਸਰ ਵੱਲੋਂ ਪਿੰਡ ਦੇ ਵਿੱਚ ਜਾ ਕੇ ਮੌਕਾ ਦੇਖ ਕੇ ਪੁੱਛਗਿੱਛ ਕਰਕੇ ਵੀ ਇੱਥੇ ਜ਼ਮੀਨ ਦੀ ਰੇਟ ਕੀ ਹੈਗੇ ਆ ਉਹਦੇ ਅਕੋਰਡਿੰਗ ਅਵਾਰਡ ਫਿਕਸ ਕੀਤੀ ਜਾਵੇਗੀ। ਅਮਾਊਂਟ ਦੇ ਫਿਕਸ, ठीक है जी। फिर की है डी पार्ट की इनफॉर्म द एप्लीकेंट ऑफ द एग्रीगेट अमाउंट, उन्हें दस्या जाएगा भी इन्नी अमाउंट बन गई तो तू ये जो है कलैक्टर के खजाने के कलैक्टर के खाते के जमा कराओ बिफोर ए डेट सो फिक्स डेट दी है इस डेट तो पहला तुसी जी अमाउंट है कलैक्टर के अकाउंट के जमा करानी है ताकि वो कंसर्न परसन को जिहदी डिमार्केशन करके जिहदी मालकी साबित होंदी भी इहदी मालकी है भी ताकि उसनूं वो जी रकम हैगी अदा की जा सके। तो प्रोविजो दी गई ये जो सब सैक्शन 2 है ये प्रोविजो भी दी गई है। कोई जरूरी नहीं है भी रेवन्यू ऑफिसर या कलैक्टर भी वो जी अवार्ड है सुनावे। जेकर कलैक्टर को लगता भी जी एप्लीकेशन है गलत हैगी है उत्थे पिंड जाके जो इंक्वायरी करते हैं तो लगता है इंक्वायरी लोग कहते हैं भी नहीं ये बंदा गलत कह रहा है, इसकी एप्लीकेशन गलत हैगी है, ये असल च पहला भी देखा सी ये रकबा है ना मालका पिंड 20 पिंड के मालकां दा ही सीगा तां जिहड़ी इहदी प्रोविजो दी है प्रोवाइडेड दैट ठीक है जी। ये है कलैक्टर जी उसकी एप्लीकेशन को रद्द भी कर सकता है, मालक को दी गई अर्जी को रद्द भी कर सकता है। हाँ लैंड एक्विजिशन एक्ट 1894 की गल करते थे वो धारावां 23 ते 24 लागू होणगियां जो असीं कंपनसेशन अवार्ड दे लई मुआवजा फिक्स करना है तो लैंड एक्विजिशन एक्ट 1894 की जी धारा है 30 ते 24 को ध्यान च रखा जाएगा। ये सब सैक्शन 3 कहता है जी। सब सैक्शन 4 की है अवार्ड अमाउंट आफ्टर 15 मई। बेशक वाला बंदा मतलब कि बेशक उन्हें अवार्ड की जी अमाउंट है जेकर उन्हें नहीं जमा कराई या करा दिंदा है पर जेकर कब्जा तब्दील की लोड़ पै जाती है तो जो कब्जा तब्दील है 15 मई तो पहला होएगा। ठीक है जी। अगे सैक्शन की है 5 है। सैक्शन 5 की है जो ये ऑर्डर सुनाया गया बंदे ने पैसे जमा करा दिते तो जो रिजर्व किया हुआ राइट सीगा कलैक्टर वालों वो रिजर्वेशन जो राइट है वो अपने आप ही सीज हो जाएगा तो जी प्रॉपर्टी है अवार्ड जमा कराने नाल अवार्ड की अमाउंट जमा कराने नाल जिस बंदे के कब्जे सी उसकी ओनरशिप वो बन जाएगी। 101 डी दे विच की सीगा 101 डी दे विच ये सीगा भी जेकर वो व्यक्ति अपनी मर्जी के नाल ही पैसे जमा करा देवे ऑर्डर अंडर द प्रोविजन टू सबसेक्शन 1 101 बी to cease to apply to rights voluntarily transferred to the landowner of the state to which the land is transferred by fixing boundary। वो कह रहा भी जे वो बंदा अपने आप ही कब्जा छड़ देवे ठीक है जी। ऑर्डर अंडर द प्रोविजन टू सबसेक्शन 1 जिथे रिजर्व रखा गया सीगा पार्टियां की आपसी सहमति हो गई तो जो ऑर्डर है अपने आप ही सीज हो जाता है। जो रिजर्व रखा है ऑर्डर सीगा वो अपने आप ही सीज हो जाए दो पार्टियां आपस सहमत हो जाए। 101 ई दे विच की है राइट्स ट्रांसफर टू बी लाइबल टू ऑल द इंसीडेंट्स ऑफ द टेन्योर ऑफ द स्टेट टू विच द ट्रांसफर इज मेड। वो कहना भी जो समा है पिंड के रीति रिवाजों के मुताबिक कब्जे की तब्दीली का समा 15 मई तो पहला ये जो सारिया गलों मद्देनजर रखा जाएगा। सैक्शन 101 ई कहती है ठीक है जी। इतने 101 एफ के क्या है भी जो कलैक्टर होएगा कलैक्टर रेवन्यू ऑफिसर को भी कलैक्टर दी पावर्स होणगियां तहसीलदार नूं नायब तहसीलदार नूं
101F ਦੇ ਵਿੱਚ ਕਿਹਾ, ਕਿਉਂਕਿ ਬਾਰ-ਬਾਰ ਅਸੀਂ ਕਲੈਕਟਰ ਦੀ ਵਰਡ ਯੂਜ਼ ਕਰ ਰਹੇ ਹਾਂ। ਕਲੈਕਟਰ ਦਾ ਮਤਲਬ ਇੱਥੇ ਇਹ ਨਹੀਂਗਾ ਵੀ ਡੀਸੀ ਜਾਏਗਾ ਪਿੰਡ ਦੇ ਵਿੱਚ, ਨਹੀਂ, ਇੱਥੇ ਇਹ ਕਿਹਾ ਵੀ ਡੀਸੀ ਦੇ ਪਾਵਰ ਦੇ ਨਾਲ ਜਿਹੜਾ ਰੈਵਨਿਊ ਆਫਿਸਰ ਹੈ, ਮੇਬੀ ਤਹਿਸੀਲਦਾਰ, ਮੇਬੀ ਤਹਿਸੀਲਦਾਰ, ਉਹ ਪਾਵਰਸ ਯੂਜ਼ ਕਰੇਗਾ ਐਜ਼ ਏ ਅਸਿਸਟੈਂਟ ਕਲੈਕਟਰ। 102 ਸੈਕਸ਼ਨ 102 ਹੈ ਜੀ, ਕਾਸਟ ਆਫ ਇਰੈਕਸ਼ਨ ਐਂਡ ਰਿਪੇਅਰ ਆਫ ਦਾ ਸਰਵੇ ਮਾਰਕਸ। ਕਾਸਟ ਕੌਣ ਅਦਾ ਕਰੇਗਾ ਜੀ? ਕਾਸਟ ਆਵਾਜ਼ ਨਹੀਂ ਆ ਰਹੀ, ਬਾਕੀ ਨੂੰ ਆਵਾਜ਼ ਆ ਰਹੀ ਹੈ ਜੀ? ਜਰਾ ਧਿਆਨ ਦੇਖਿਓ, ਜਰਾ ਚੈੱਕ ਕਰ ਲਓ ਜੀ ਪਲੀਜ਼, ਤੁਸੀਂ ਆਪਣਾ ਮਾਈਕ ਚੈੱਕ ਕਰ ਲਓ, ਕੋਈ ਨਾ ਕੋਈ ਪ੍ਰੋਬਲਮ ਆ ਗਈ ਹੋਣੀ, ਦੇਖ ਹੈ ਨਾ। ਕਾਸਟ ਆਫ ਇਰੈਕਸ਼ਨ ਰਿਪੇਅਰ ਸੈਕਸ਼ਨ 102 ਹੈ, ਇਹ ਵੀ ਬਹੁਤ ਇੰਪੋਰਟੈਂਟ ਹੈ। ਜਦੋਂ ਕੋਈ ਬੁਰਜੀ ਕਿਸੇ ਦੀ, ਕੋਈ ਬੁਰਜੀ ਦੀ ਕੋਈ ਡਿਸਟਰਕਸ਼ਨ ਹੋ ਜਾਂਦੀ ਹੈ, ਰਿਪੇਅਰ ਕਰਨੀ ਹੁੰਦੀ ਹੈ, ਮੁੜ ਕੇ ਦੁਬਾਰਾ ਰੀਪਲੇਸ ਕਰਨੀ ਹੁੰਦੀ ਹੈ, ਇਰੈਕਟ ਕਰਨੀ ਹੁੰਦੀ ਹੈ, ਤਾਂ ਜਿਹੜੀ ਉਹਦੀ ਕਾਸਟ ਹੈ, ਮਿਥਿਲੇਸ਼ ਤੁਹਾਨੂੰ ਨਹੀਂ ਆਵਾਜ਼ ਆ ਰਹੀ ਸਰ ਜੀ? ਸਰ ਜਿਵੇਂ ਇਹ ਆਪਾਂ ਕਹਿੰਦੇ ਵੀ ਕਲੈਕਟਰ ਦੇ ਪਾਵਰਾਂ ਜਿਹਨਾਂ ਆਪਾਂ ਦਬਾਅ ਤੋਂ ਨਾ ਦੇਣਾ ਵੀ ਥਾਣੇ ਦਾ ਕਬਜ਼ਾ ਇੱਧਰ ਹੈਗਾ, ਤਾਂ ਫਿਰ ਉਹ ਤਹਿਸੀਲਦਾਰ ਕੋਲੇ ਪਾਵਰ ਹੈਗੀ ਛਡਾਉਣ ਦੀ? ਉਹ ਕਬਜ਼ਾ ਛਡਾਉਣ ਦੀ ਪਾਵਰ ਸਿਵਲ ਕੋਰਟ ਕੋਲ ਚਲੀ ਜਾਂਦੀ ਹੈ ਜੀ, ਸਿਵਲ ਕੋਰਟ ਕੋਲੇ। ਕਾਸਟ ਆਫ ਇਰੈਕਸ਼ਨ, ਜਿਹੜੀ ਕਾਸਟ ਕੌਣ ਅਦਾ ਕਰੇਗਾ ਜੀ? ਕਾਸਟ ਜਿਹੜਾ ਪਰਸਨ ਹੈਗਾ ਜਿਹਦੇ ਖੇਤ ਦੇ ਵਿੱਚ ਉਹ ਰਕਬਾ ਹੈਗਾ ਸੀਗਾ, ਜੇ ਬੁਰਜੀ ਦੀ ਰਿਪੇਅਰ ਕਰਵਾਉਣੀ ਪੈਗੀ, ਬੁਰਜੀ ਨਵੇਂ ਸਿਰ ਤੋਂ ਲਗਾਉਣੀ ਪੈਗੀ, ਜਿਹੜਾ ਉਹਦਾ ਖਰਚਾ ਪਏਗਾ ਉਹ ਮਾਲਕ ਤੇ ਪਏਗਾ, ਠੀਕ ਹੈ ਜੀ। ਤਾਂ ਜੇਕਰ ਚਾਹੇ ਸਰਕਾਰ ਵੀ ਆਪਦੇ ਪੱਧਰ ਤੇ ਖਰਚੇ ਕਰਕੇ ਰਿਪੇਅਰ ਕਿਸੇ ਕੋਈ ਮੁਹਿੰਮ ਦੇ ਬੇਸਿਸ ਤੇ ਜਿਹੜੀ ਗਵਰਨਮੈਂਟ ਹੈ ਉਹ ਵੀ ਬੁਰਜੀਆਂ ਲਵਾ ਸਕਦੀ ਹੈ, ਤਾਂ ਗਵਰਨਮੈਂਟ ਵੀ ਖਰਚਾ ਅਦਾ ਕਰ ਸਕਦੀ ਹੈ। 103 ਦੇ ਵਿੱਚ ਕੀ ਕਿਹਾ ਗਿਆ? ਜੇਕਰ 30 ਦਿਨ ਦੇ ਅੰਦਰ ਅੰਦਰ ਉਹ ਵਿਅਕਤੀ ਜਿਸ ਦੇ ਖੇਤ ਦੇ ਵਿੱਚ ਬੁਰਜੀ ਲੱਗੀ ਹੋਈ ਸੀਗੀ, ਬੁਰਜੀ ਨੂੰ ਕੋਈ ਨੁਕਸਾਨ ਹੋ ਗਿਆ, ਉਹ ਨੁਕਸਾਨ ਦੀ ਪੂਰਤੀ ਨਹੀਂ ਕਰਦਾ, ਜਾਣੀ ਕਿ ਬੁਰਜੀ ਨੂੰ ਰਿਪੇਅਰ ਨਹੀਂ ਕਰਾਂਦਾ ਜਾਂ ਬੁਰਜੀ ਨੂੰ ਦੁਬਾਰਾ ਇਰੈਕਟ ਨਹੀਂ ਕਰਦਾ 30 ਡੇਜ਼ ਦੇ ਅੰਦਰ ਅੰਦਰ, ਤਾਂ ਰੈਵਨਿਊ ਆਫਿਸਰ ਆਪਣੇ ਪੱਧਰ ਤੇ ਆਪਣੇ ਇੰਤਜ਼ਾਮ ਕਰਕੇ ਉਸ ਬੁਰਜੀ ਦੀ ਦੁਬਾਰਾ ਰਿਪੇਅਰ ਵੀ ਕਰਵਾ ਸਕਦਾ ਹੈ ਤੇ ਦੁਬਾਰਾ ਇਰੈਕਟ ਵੀ ਕਰ ਸਕਦਾ ਹੈ। ਤੇ ਫਿਰ ਕੀ ਹੋਏਗਾ? ਸੈਕਸ਼ਨ 103 ਦੀ ਕਲੌਜ਼ 3 ਦੇ ਵਿੱਚ, ਸਬ ਸੈਕਸ਼ਨ 3 ਦੇ ਵਿੱਚ, ਦਾ ਕਲੈਕਟਰ ਮੇ ਰਿਕਵਰ ਦਾ ਕਾਸਟ ਐਜ਼ ਇਟ ਵਰ ਐਨ ਏਰੀਆ ਆਫ ਦਾ ਲੈਂਡ। ਉਹਦੀ ਜਿਹੜੀ ਰਿਕਵਰੀ ਹੈ ਉਹ ਲੈਂਡ ਰੈਵਨਿਊ ਜਿਵੇਂ ਆਪਾਂ ਰਿਕਵਰ ਕਰਦੇ ਹਾਂ ਉਸੇ ਢੰਗ ਦੇ ਨਾਲ, ਉਸੇ ਤਰੀਕੇ ਨਾਲ ਮਾਲਕ ਤੋਂ ਵਸੂਲ ਕੀਤੀ ਜਾ ਸਕਦੀ ਹੈ, ਠੀਕ ਹੈ ਜੀ। ਨੈਕਸਟ ਹੈਗਾ ਪਾਵਰ ਆਫ ਰੈਵਨਿਊ ਆਫਿਸਰ ਟੂ ਐਂਟਰ ਔਨ ਦਾ ਲੈਂਡ ਫॉर द पर्पस ऑफ सर्वे and demarcation. Any revenue officer and any person acting under the orders of the revenue officer, देखो any person enter acting under the orders of the revenue officer, जिमें कानून को पटवारी पर जाते हैं, ठीक है जी। may in the discharge of the duty under this act, इस एक्ट के तहत जो ड्यूटियां डिस्चार्ज करते हैं, enter upon and survey land, erect survey marks there on and demarcate the boundaries thereof, do all other acts, ਜਿਹੜਾ ਵੀ ਕੋਈ ਕੰਮ ਕਰਨ ਦੀ ਜ਼ਰੂਰਤ ਪੈਂਦੀ ਹੈ, ਚਾਹੇ ਉਹ ਬੁਰਜੀ ਸੰਬੰਧੀ ਹੈ, ਚਾਹੇ ਉਹ ਸਰਵੇ ਸੰਬੰਧੀ ਹੈ, ਕਿਸੇ ਵੀ ਕੰਮ ਸੰਬੰਧੀ ਹੈ, ਚਾਹੇ ਉਹ ਨਿਸ਼ਾਨਦੇਹੀ ਕਰਨ ਸੰਬੰਧੀ ਹੈ, ਤੇ 104 ਸੈਕਸ਼ਨ ਸਾਨੂੰ ਪ੍ਰੋਵਾਈਡ ਕਰਦਾ ਹੈਗਾ ਵੀ ਤੁਸੀਂ ਜਿਹੜਾ ਹੈਗਾ ਐਂਟਰੀ ਕਰਦੇ ਹੋ ਖੇਤ ਦੇ ਵਿੱਚ। 101 ਚ ਕਿਹਾ ਗਿਆ ਸੀ ਵੀ ਤੁਸੀਂ ਕਿਸ ਕਿਸ ਮਕਸਦ ਲਈ ਜਾਣਾ ਹੁੰਦਾ ਹੈ, ਉੱਥੇ ਢੰਗ ਦੱਸੇ ਸੀ ਵੀ ਕਿਸ ਕਿਸ ਕਾਰਨ ਤੁਹਾਨੂੰ ਖੇਤ ਵਿੱਚ ਜਾਣਾ ਪੈ ਸਕਦਾ। 101 ਚ ਇਹ ਕਿਹਾ ਗਿਆ ਸੀ, 104 ਜਾ ਕੇ ਨੇ ਬਿਲਕੁਲ ਕਲੀਅਰ ਕਰ ਦਿੱਤਾ ਵੀ ਰੈਵਨਿਊ ਆਫਿਸਰ ਅੰਡਰ ਹੂਜ਼ ਆਰਡਰ ਐਨੀ ਪਰਸਨ ਮਤਲਬ ਕਿ ਅੰਡਰ ਆਫੀਸ਼ੀਅਲ ਪਟਵਾਰੀ ਕਾਨੂੰਗੋ ਸਾਰਾ 104 ਦੇ ਸਾਰਾ ਕੁਝ ਕਵਰ ਹੋ ਜਾਂਦਾ ਹੈ ਵੀ ਤੁਸੀਂ ਖੇਤ ਚ ਐਂਟਰੀ ਕਰ ਸਕਦੇ ਹੋ। 105 ਕੀ ਸਰਵੇ ਆਫ ਪਰਪਸ ਆਫ ਪ੍ਰੈਪਰੇਸ਼ਨ ਆਫ ਰਿਕਾਰਡ, ਜਦੋਂ ਅਸੀਂ ਕੋਈ ਰਿਕਾਰਡ ਵਗੈਰਾ ਕਰਨਾ ਹੋਵੇ ਜਾਂ ਅਸੈਸਮੈਂਟ ਕਰਨੀ ਹੋਵੇ ਜਾਂ ਖੇਤ ਕਿਸੇ ਚ ਐਂਟਰੀ ਕਰਨੀ ਹੋਵੇ ਜਾਂ ਨਿਸ਼ਾਨਦੇਹੀ ਕਰਨੀ ਹੋਵੇ ਤਾਂ ਅਸੀਂ ਨੋਟਿਸ ਭੇਜਾਂਗੇ, ਅਸੈਸਮੈਂਟ ਕਰਨੀ ਹੋਵੇ ਤਾਂ ਅਸੀਂ ਪ੍ਰੋਪਰ ਪ੍ਰੋਕਲੇਮੇਸ਼ਨ ਕਰਵਾਵਾਂਗੇ, ਪਿੰਡ ਦੇ ਚ ਮਨਾਦੀ ਕਰਵਾਵਾਂਗੇ, ਠੀਕ ਹੈ ਜੀ। ਨੈਕਸਟ ਕੀ ਹੈ 105 ਦਾ 2 ਹੈਗਾ, ਇਹਦੇ ਵਿੱਚ ਕੀ ਕਿਹਾ ਗਿਆ ਵੀ ਜੇਕਰ ਕੋਈ ਵਿਅਕਤੀ ਤੁਹਾਡੇ ਨੋਟਿਸ ਭੇਜਣ ਦੇ ਬਾਵਜੂਦ ਵੀ ਜਾਂ ਮਨਾਦੀ ਕਰਾਉਣ ਦੇ ਬਾਵਜੂਦ ਵੀ ਮੌਕੇ ਤੇ ਨਹੀਂ ਆਉਂਦਾ, he shall be liable at the discretion of the revenue officer to fine which may extend to 10 rupees, ਮਤਲਬ ਕਿ ਉਹਨੂੰ ਫਾਈਨ ਵੀ ਕੀਤਾ ਜਾ ਸਕਦਾ ਹੈ, ਠੀਕ ਹੈ ਜੀ। 106 provision of flag holders and chainmen for those survey, ਮੰਨ ਲਓ ਕੋਈ ਸਰਵੇ ਹੋ ਰਿਹਾ ਹੈ, ਸੈਕਸ਼ਨ 45 46 ਜਿਹੜੀਆਂ ਹੈਗੀਆਂ ਨੇ ਕਾਹਦੀਆਂ ਨੇ, ਆਪਾਂ ਨੂੰ ਦੇਖੋ ਜਵਾਨੀ ਹੋਣਾ ਪਤਾ ਹੋਣਾ ਚਾਹੀਦਾ ਸਾਰਾ। ਸੈਕਸ਼ਨ 45 46 ਤੁਸੀਂ
ਚੈਪਟਰ ਦਾ ਨਾਮ ਲਿਖ ਕੇ ਲਿਖੋ ਵੀ ਇਹ ਚੈਪਟਰ ਕਾਹਦਾ ਹੈਗਾ, ਇਸ ਦੇ ਵਿੱਚ ਕਿਹੜੇ ਕਿਹੜੇ ਸੈਕਸ਼ਨਸ ਆਉਂਦੇ ਨੇ। ਸੈਕਸ਼ਨ 45 46 47 ਇਹ ਜਿਹੜੇ ਸੈਕਸ਼ਨ 41 ਤੋਂ ਸ਼ੁਰੂ ਹੋ ਜਾਂਦੇ ਸੀਗੇ, ਇਹ ਅਸੈਸਮੈਂਟ ਦੇ ਸਰਕਲ ਨੇ। ਜਦੋਂ ਕਦੇ ਕਦੇ ਅਸੈਸਮੈਂਟ ਕਰਨੀ ਹੈ ਤਾਂ ਸਾਨੂੰ ਜ਼ਰੂਰਤ ਪੈਂਦੀ ਹੈ, ਤਾਂ ਝੰਡੀਆਂ ਵਾਲੇ ਬੰਦੇ ਦੀ ਬਾਉਂਡਰੀ ਚੇਨਮੈਨ ਵੀ ਲੋੜ ਪੈਂਦੀ ਹੈ, ਤਾਂ ਕੌਣ ਪ੍ਰੋਵਾਈਡ ਕਰੇਗਾ, ਜਿਸ ਕੇਸ ਦੇ ਵਿੱਚ ਅਸੀਂ ਸਰਵੇ ਕਰ ਰਹੇ ਹਾਂ ਉਸ ਮਾਲਕ ਦੀ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਲੈਂਡ ਓਨਰ ਦੀ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਸ਼ੇਅਰ ਹੋਲਡਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਚੇਨਮੈਨ ਵੀ ਪ੍ਰੋਵਾਈਡ ਕਰਨ ਤੇ ਉਹ ਫਲੈਗ ਹੋਲਡਰਸ ਵੀ ਪ੍ਰੋਵਾਈਡ ਕਰਨ। ਫਰਦਰ ਅੱਗੇ ਕੀ ਹੈਗਾ, ਜੇਕਰ ਉਹ ਨਹੀਂ ਪ੍ਰੋਵਾਈਡ ਕਰਦੇ ਤਾਂ ਰੈਵਨਿਊ ਆਫੀਸਰ ਵਿਦ ਦਾ ਹੈਲਪ ਆਫ ਨੰਬਰਦਾਰ ਪਟਵਾਰੀ ਹਲਕਾ ਜਦੋਂ ਕੋਈ ਇਦਾਂ ਦੀ ਆਪਦੇ ਪੱਧਰ ਤੇ ਕੋਈ ਇੰਤਜ਼ਾਮ ਕਰ ਲੈਂਦੇ ਆ ਤਾਂ ਜਿਹੜੀ ਉਹਦੀ ਪੇਮੈਂਟ ਹੈਗੀ ਆ ਉਹ ਮਾਲਕਾਂ ਵੱਲੋਂ ਦਿੱਤੀ ਜਾਂਦੀ ਹੈ। ਪ੍ਰੋਫੈਸ਼ਨਲ ਸਰਵੇ 107 ਦੇ ਵਿੱਚ ਜਿਵੇਂ ਕਿ ਅੱਜ ਆਪਾਂ ਟੋਟਲ ਸਟੇਸ਼ਨ ਦੇ ਰਾਹੀਂ ਡਿਮਾਰਕੇਸ਼ਨਸ ਕਰਦੇ ਹਾਂ, ਪ੍ਰੋਫੈਸ਼ਨਲ ਸਰਵੇ ਦੇ ਜੇ ਕਿਤੇ ਲੋੜ ਪੈਂਦੀ ਹੈ ਕਰਵਾਉਣ ਦੀ ਕਿਸੇ ਡਿਮਾਰਕੇਸ਼ਨ ਦੇ ਲਈ ਜਾਂ ਕਿਸੇ ਪਾਰਟੀਕੂਲਰ ਕੋਈ ਪ੍ਰੋਜੈਕਟ ਤਿਆਰ ਹੋ ਰਿਹਾ ਗਵਰਨਮੈਂਟ ਵੱਲੋਂ, ਠੀਕ ਹੈ ਜੀ, ਸਪੈਸ਼ਲ ਕੋਈ ਇੰਡਸਟਰੀ ਏਰੀਆ ਬਣ ਰਿਹਾ, ਕੁਝ ਵੀ ਬਣ ਰਿਹਾ, ਜਦੋਂ ਪ੍ਰੋਫੈਸ਼ਨਲ ਸਰਵੇ ਸਰਕਾਰ ਵੱਲੋਂ ਕੀਤਾ ਜਾਂਦਾ ਹੈ, ਕਿਸੇ ਪ੍ਰੋਫੈਸ਼ਨਲ ਟੀਮ ਨੂੰ ਡਿਮਾਰਕੇਸ਼ਨ ਲਈ ਭੇਜਿਆ ਜਾਂਦਾ ਹੈ, ਤਾਂ ਉਹ ਜਿਹੜੀਆਂ ਪਾਵਰਸ ਰੈਵਨਿਊ ਆਫਿਸਰ ਨੂੰ ਦਿੱਤੀਆਂ ਜਾਂਦੀਆਂ ਨੇ ਸੈਕਸ਼ਨ 104 ਦੇ ਵਿੱਚ ਹੈ ਜੀ, ਤਾਂ ਉਹ ਜਿਹੜੀਆਂ ਪਾਵਰ ਨੇ ਸਾਰੀਆਂ ਹੀ ਲੋਕਲੀ ਉਸ ਜਿਹੜੀ ਟੀਮ ਹੈਗੀ ਹੈ ਉਹਦਾ ਇੱਕ ਆਰਡਰ ਕਰੇਗਾ, ਨੋਟੀਫਿਕੇਸ਼ਨ ਕੀਤਾ ਜਾਵੇਗਾ ਵੀ ਕਿਹੜੇ ਕਿਹੜੇ ਬੰਦੇ ਨੇ ਹੈਗੇ ਜਿਹੜੇ ਤੁਹਾਡੀ ਇਸ ਜ਼ਮੀਨ ਦੇ ਵਿੱਚ ਐਂਟਰ ਕਰ ਸਕਦੇ ਨੇ, ਉਹਨਾਂ ਦੇ ਕੀ ਨਾਮ ਨੇ, ਕੀ ਉਹਨਾਂ ਦੀ ਪੋਸਟ ਹੈਗੀ ਹੈ, ਠੀਕ ਹੈ। ਇਹ 107 ਦੀਆਂ ਸੈਕਸ਼ਨ ਸਬ ਸੈਕਸ਼ਨ 1 ਦੇ ਵਿੱਚ ਧਾਰਾਵਾਂ ਹੈਗੀਆਂ ਨੇ, ਜਿਨ ਕਿ ਇਹ ਹੈਗੀ ਹੈ ਸਬ ਸੈਕਸ਼ਨ ਸਬ ਕਲੌਜ਼ ਏ ਲੋਕਲ ਏਰੀਆ ਟੂ ਬੀ ਸਰਵੇ, ਨੇਚਰ ਆਫ ਦਾ ਸਰਵੇ, ਕਿਹੜਾ ਏਰੀਆ ਸਰਵੇ ਕੀਤਾ ਜਾਣਾ ਹੈ, ਉਹਦੀ ਸਰਵੇ ਦੀ ਕੀ ਨੇਚਰ ਹੋ ਸਕਦੀ ਹੈ, ਤੇ ਕਿਹੜੇ ਕਿਹੜੇ ਬੰਦੇ ਨੇ, ਕਿਹੜੇ ਕਿਹੜੇ ਆਫੀਸ਼ੀਅਲ ਨੇ, ਕੀ ਉਹਨਾਂ ਦਾ ਅਹੁਦਾ ਹੈਗਾ ਜਿਹੜੇ ਐਂਟਰ ਕਰਨਗੇ ਜ਼ਮੀਨ ਦੇ ਵਿੱਚ, ਦਾ ਕਾਈਂਡ ਆਫ ਸਰਵੇ ਮਾਰਕਸ ਟੂ ਬੀ ਇਰੈਕਟਡ, ਕਿਹੜੇ ਕਿਸ ਤਰ੍ਹਾਂ ਦੇ ਪਿੱਲਰ ਨੇ ਜਿਹੜੇ ਉਹਨਾਂ ਨੇ ਉੱਥੇ ਲਗਾਉਣੇ ਨੇ, ਕਿਹੋ ਜਿਹੀਆਂ ਬੁਰਜੀਆਂ ਜਿਹੜੀਆਂ ਉਹਨਾਂ ਵੱਲੋਂ ਲਗਾਈਆਂ ਜਾਣੀਆਂ ਨੇ। ਜਿਹੜੀਆਂ ਇਹ ਪਾਵਰਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਵਿਅਕਤੀਆਂ ਨੂੰ, ਦੂਜੇ ਡਿਪਾਰਟਮੈਂਟ ਦੇ ਕਿਸੇ ਬੰਦੇ ਵਿਅਕਤੀਆਂ ਨੂੰ, ਉਹ ਪਾਵਰਾਂ ਜਿਹੜੀਆਂ ਹੈਗੀਆਂ ਨੇ ਉਹ ਸੈਕਸ਼ਨ 104 ਦੇ ਤਹਿਤ, ਜਿਵੇਂ ਕਿ ਸਾਡੇ ਕੋਲ ਪਾਵਰਸ ਆਉਂਦੀਆਂ ਨੇ 104 ਦੇ ਤਹਿਤ ਉਹਨਾਂ ਨੂੰ ਪਾਵਰਾਂ ਦਿੱਤੀਆਂ ਜਾਂਦੀਆਂ ਗਵਰਨਮੈਂਟ ਵੱਲੋਂ, ਤਾਂ ਕਿ ਉਹ ਉਸ ਖੇਤ ਦੇ ਵਿੱਚ ਐਂਟਰ ਕਰ ਸਕਣ। 108 ਕੀ ਹੈ ਜੀ, ਪੈਨਲਟੀ ਫਾਰ ਡਿਸਟਰਕਸ਼ਨ, ਇੰਜਰੀ ਐਂਡ ਰਿਮੂਵਲ ਆਫ ਦਾ ਸਰਵੇ ਮਾਰਕਸ। ਜਦੋਂ ਕੋਈ ਵਿਅਕਤੀ ਕਿਸੇ ਵੀ ਲਗਾਈ ਗਈ ਬੁਰਜੀ ਨੂੰ, ਚਾਹੇ ਉਹ ਕਿਸੇ ਵੀ ਪਰਪਸ ਲਈ ਲਗਾਈ ਗਈ ਹੋਵੇ, ਰੈਵਨਿਊ ਆਫੀਸਰ ਵੱਲੋਂ ਜਾਂ ਸਟਾਫ ਵੱਲੋਂ ਡਿਮਾਰਕੇਸ਼ਨ ਕਰਕੇ ਜੇ ਉਹਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ, ਵੀ ਕਿਸੇ ਤਰ੍ਹਾਂ ਵੀ ਨੁਕਸਾਨ ਪਹੁੰਚਾਉਂਦਾ, ਉਹਨੂੰ ਤੋੜ ਭੰਨ ਕਰਦਾ ਜਾਂ ਉਹਨੂੰ ਪੱਟ ਕੇ ਸੁੱਟਦਾ ਹੈ, ਤਾਂ ਉਹਨੂੰ ਪੈਨਲਟੀ ਲਗਾਈ ਜਾ ਸਕਦੀ ਹੈ 50 ਰੁਪਏ ਤੱਕ। ਇਹ ਜਿਹੜੀ ਪੈਨਲਟੀ ਹੈ ਇਹ ਰੈਵਨਿਊ ਆਫੀਸਰ ਯੂਜ਼ ਕਰ ਸਕਦਾ ਕਿਸੇ ਵੀ ਢੰਗ ਦੇ ਰਾਹੀਂ, ਚਾਹੇ ਤਾਂ ਉਹ ਬੁਰਜੀ ਨੂੰ ਦੁਬਾਰਾ ਰਿਪੇਅਰ ਕਰਾਉਣ ਦੇ ਲਈ, ਰੀਪਲੇਸ ਕਰਾਉਣ ਦੇ ਲਈ ਖਰਚ ਹੋ ਸਕਦੀ ਹੋਵੇ, ਜਾਂ ਫਿਰ ਉਸ ਵਿਅਕਤੀ ਨੂੰ, ਜਿਹੜੇ ਬੰਦੇ ਨੇ ਤੁਹਾਨੂੰ ਜਾ ਕੇ ਇਨਫੋਰਮੇਸ਼ਨ ਦਿੱਤੀ ਆ, ਉਹਨੂੰ ਐਜ਼ ਏ ਰਿਵਾਰਡ ਨੂੰ ਇਨਾਮ ਵਜੋਂ ਵੀ ਦਿੱਤੀ ਜਾ ਸਕਦੀ ਹੈ। ਫਿਰ ਇਹਦੇ ਨਾਲ ਹੀ ਹੈ 108 ਦੇ ਵਿੱਚ ਸਬ ਸੈਕਸ਼ਨ 2 ਹੈ ਜੀ। ਸਬ ਸੈਕਸ਼ਨ 2 ਦੇ ਵਿੱਚ ਕੀ ਹੈ, ਜੇ ਕੋਈ ਬੰਦਾ ਕਿਸੇ ਵੀ ਬੁਰਜੀ ਨੂੰ ਤੁਹਾਡੇ ਵੱਲੋਂ ਲਗਾਈ ਗਈ ਨੂੰ ਨੁਕਸਾਨ ਕਰਦਾ ਹੈ, ਤੇ ਤੁਹਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਜਾਂ ਕੋਈ ਵੀ, ਤਾਂ IPC ਇੰਡੀਅਨ ਪੀਨਲ ਕੋਡ ਦੀ ਧਾਰਾ 434 ਦੇ ਅਧੀਨ ਉਹਦੇ ਖਿਲਾਫ ਕ੍ਰਿਮੀਨਲ ਕਾਰਵਾਈ ਵੀ ਕੀਤੀ ਜਾ ਸਕਦੀ ਹੈ, ਠੀਕ ਹੈ ਜੀ। ਮਤਲਬ ਕਿ ਇਹ ਹੈ ਵੀ ਜੇ ਤੁਸੀਂ ਫਾਈਨ ਲਗਾ ਦਿੱਤਾ ਤਾਂ ਇਹ ਨਹੀਂ ਹੈਗਾ ਵੀ ਉਹਦੇ ਖਿਲਾਫ ਕ੍ਰਿਮੀਨਲ ਕਾਰਵਾਈ ਨਹੀਂ ਕੀਤੀ ਜਾ ਸਕਦੀ, ਦੋਨੋਂ ਕਾਰਵਾਈਆਂ ਇਕਸਾਰ ਵੀ ਕੀਤੀਆਂ ਜਾ ਸਕਦੀਆਂ ਨੇ, ਤੇ ਸਿੰਗਲ ਕਾਰਵਾਈ ਵੀ, ਤੁਸੀਂ ਇਕੱਲੀ ਕ੍ਰਿਮੀਨਲ ਕਾਰਵਾਈ ਵੀ ਕਰ ਸਕਦੇ ਹੋ ਜਾਂ ਇਕੱਲੀ ਉਸ ਨੂੰ ਫਾਈਨ ਵੀ ਲਗਾ ਸਕਦੇ ਹੋ, ਜਾਂ ਦੋਨੋਂ ਵੀ ਕਰ ਸਕਦੇ ਹੋ। ਇਹ ਸੈਕਸ਼ਨ ਸਬ ਸੈਕਸ਼ਨ 2 ਕਹਿੰਦਾ ਜੀ 108 ਦਾ। ਨੈਕਸਟ ਹੈਗਾ ਸੈਕਸ਼ਨ 109, ਰਿਪੋਰਟ ਆਫ ਡਿਸਟਰਕਸ਼ਨ ਔਰ ਰਿਮੂਵਲ ਔਰ ਇੰਜਰੀ ਟੂ ਸਰਵੇ ਮਾਰਕਸ। ਮਤਲਬ ਕਿ ਵਿਲੇਜ ਆਫਿਸਰ ਦੀ ਜ਼ਿੰਮੇਵਾਰੀ ਲਗਾਈ ਗਈ ਹੈ, ਮਤਲਬ ਪਿੰਡ ਦੇ ਮਾਲਕ ਦੀ ਇੱਥੇ ਜ਼ਿੰਮੇਵਾਰੀ ਲਗਾਈ ਗਈ ਹੈ, ਨੰਬਰਦਾਰ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਥਰੂ ਪਟਵਾਰੀ ਹਲਕਾ, ਕਿ ਉਹ ਜੇ ਕੋਈ ਵਿਅਕਤੀ ਤੁਹਾਡੀ ਕਿਸੇ ਬੁਰਜੀ ਨੂੰ ਲਗਾਈ, ਉਹਨੂੰ ਖੇਤ ਦੇ ਵਿੱਚ ਲਗਾਈ ਗਈ ਬੁਰਜੀ ਨੂੰ ਤੋੜਦਾ ਭੰਨਦਾ, ਜਾਣੀ ਕਿ ਕਿਸੇ ਵੀ ਤਰੀਕੇ ਨਾਲ ਨੁਕਸਾਨ ਕਰਦਾ ਹੈ, ਤਾਂ ਉਹਦੀ ਜਿਹੜੀ ਰਿਪੋਰਟਿੰਗ ਹੈ ਉਹ ਰੈਵਨਿਊ ਆਫਿਸਰ ਨੂੰ ਕਰੇ ਰਾਹੀਂ ਪਟਵਾਰੀ ਹਲਕਾ। ਇਹ ਜ਼ਿੰਮੇਵਾਰੀ ਮਤਲਬ ਕਿ ਬਣਦੀ ਹੈ ਨੰਬਰਦਾਰ ਦੀ, ਠੀਕ ਹੈ ਜੀ। ਅੱਜ ਦਾ ਜਿਹੜਾ ਲੈਕਚਰ ਅਸੀਂ ਇੱਥੇ ਖਤਮ ਕਰਾਂਗੇ, ਕਿਉਂਕਿ ਮੈਨੂੰ ਐਮਰਜੈਂਸੀ ਕਿਤੇ ਜਾਣਾ ਜ਼ਰੂਰੀ ਹੋ ਗਿਆ, ਤੇ ਮੈਂ ਕਲਾਸ ਜੀ ਥੈਂਕ ਯੂ ਸਰ, ਥੈਂਕ ਯੂ। ਹਾਂ, ਕਿਉਂਕਿ ਠੀਕ ਹੈ ਜੀ, ਮੈਨੂੰ ਟਾਈਮ ਹੋ ਗਿਆ ਮੇਰਾ ਜਾਣ ਦਾ, ਤੇ ਮੈਂ ਕਲਾਸ ਹੋਰ ਕਰਨ ਲੱਗਿਆ ਜੀ। ਥੈਂਕ ਯੂ ਵੈਰੀ ਮਚ।